मनी हुक्म सजन तो डरदा रही, तेरा फर्ज यही सजदा करदा रही। मनी हुक्म सजन तो डरदा रही। ए देख बाणी स्वामी जी महाराज, वचन 31वां, शब्द 8वां। गुर को ऊपर ऊपर से गाता, गुर को दिल पीतर नहीं लाता। गुर को ऊपर ऊपर से गाता, गुर को दिल पीतर नहीं लाता। ये बाणी स्वामी जी महाराज दी है। संत जो कुछ साढ़े दिलों च होंदा है, जिद्दां असी कुछ समझते हैं, वो बाणी विच लिखते हैं। क्यों लिखते हैं? साड़ी मजबूती वास्ते। जिहदे अंदर सतगुर दे बचन हुब जाण। बाणे च लिखिया है, सुन गुर बचन मन तीर लगैया। सुन गुर वचन मन तीर लगैया। जिहड़ा प्रेमी है उसनों तीर वर्गा वचन लगदे है, उन्होंने समझ आ जाती है। कई बार अगे दस्या कि राजा पीपा 12 राणियां सीआं उसदियां। दुनिया की ऐशो अशरत विच बड़ा रुझा है। ਉਹਦੇ शहर ਦੇ ਵਿੱਚ कोई साधु आए, साधुआं की मंडली शब्द बाणी पढ़ते सन। उसनों भी दिल च शौक आया। उन्हां साधुआं नूं मंगाया अपने राज महलों विच। शब्द बाणी पढ़ानी शुरू कर दी, लंगर लवा दिते। तब्दीली मन की होंदी है, बंदे का सिर्फ कांडा ही बदलना होंदा है। जदों उन्होंने शब्द पढ़े, यही बाणी विच आया कि राज पाठ जिहड़ा है, जदों असी जाना है कल्ले जाना, साडे नाल राज पाठ नहीं जाना, साडे नाल फौजां नहीं जानियां। असी कल्ले आए और कल्ले जाना है। जदों उन्हें शब्द पढ़े, राजे के दिल विच कुछ शब्द खुभ गए। इतना ध्यान हो गया कि दुनिया का ख्याल जिहड़ा राज पाठ का छड्ड दिता ते बाणी वाल ख्याल हो गया। रोज़ उन्हां संतां दी बाणी सुननी जो शब्द बाणी पढ़ते सी साधु। उन्हां अगे अर्ज की कि मैनू कोई सिक्ख्या दिओ, मैनू कोई नाम दान बख्शो, मेरी कल्याण हो जाए। जिहड़ा उन्हां दे विच मुखी साधु सी, उसने कहा, राजन असी नहीं तैनूं सिक्ख्या दे सकते। सिक्ख्या देण वास्ते
ਕਾਂਸ਼ੀ ਵਿੱਚ ਬੈਠਾ ਹੈ, ਉਹ ਕਾਂਸ਼ੀ ਵਿੱਚ ਬੈਠਾ ਹੈ ਰਾਮਾਨੰਦ, ਸਵਾਮੀ ਰਾਮਾਨੰਦ। ਉਹ ਤੁਹਾਨੂੰ ਸਿੱਖਿਆ ਦੇਗਾ। ਰਾਜਾ ਘੋੜੇ ਫੌਜਾਂ ਲੈ ਕੇ, ਆਪਣੇ ਹਾਥੀ ਲੈ ਕੇ, ਬਹੁਤ ਸਾਰਾ ਅਮਲਾ ਫੈਲਾ ਧਨ ਪਦਾਰਥ ਲੈ ਕੇ ਤੁਰ ਪਿਆ। ਬਾਹਰ ਜਾ ਕੇ ਡੇਰਾ ਲਾ ਲਿਆ। ਕਿਸੇ ਹੱਥ ਸੁਨੇਹਾ ਭੇਜਿਆ ਕਿ ਰਾਜਾ ਪੀਪਾ ਆਇਆ, ਤੁਹਾਨੂੰ ਮਿਲਣਾ ਚਾਹੁੰਦਾ ਹੈ। ਅੱਗੋਂ ਰਾਮਾਨੰਦ, ਸਵਾਮੀ ਰਾਮਾਨੰਦ ਨੇ ਕਿਹਾ ਕਿ ਭਾਈ ਉਹ ਰਾਜਾ ਹੈ, ਅਸੀਂ ਗਰੀਬ ਹਾਂ, ਸਾਡਾ ਉਹਦਾ ਮੇਲ ਨਹੀਂ ਹੋ ਸਕਦਾ। ਸਾਨੂੰ ਫੌਜਾਂ ਦੀ ਜ਼ਰੂਰਤ ਨਹੀਂ, ਘੋੜਿਆਂ ਦੀ ਜ਼ਰੂਰਤ ਨਹੀਂ, ਹਾਥੀਆਂ ਦੀ ਜ਼ਰੂਰਤ ਨਹੀਂ, ਖਜ਼ਾਨਿਆਂ ਦੀ ਜ਼ਰੂਰਤ ਨਹੀਂ। ਅਸੀਂ ਗਰੀਬ ਹਾਂ, ਉਹ ਰਾਜਾ ਹੈ। ਅਸੀਂ ਰਾਜਿਆਂ ਦੇ ਨਾਲ ਦੋਸਤੀ ਲਾ ਕੇ ਤੋ ਈਸ਼ਵਰ ਨੂੰ ਭੁੱਲ ਜਾਵਾਂਗੇ। ਅਸੀਂ ਨਾਮ ਕਿਸ ਤਰ੍ਹਾਂ ਜਪਾਂਗੇ? ਸਾਨੂੰ ਕੋਈ ਲੋੜ ਨਹੀਂ ਮਿਲਣ ਦੀ। ਜਦੋਂ ਰਾਜੇ ਨੂੰ ਸੁਨੇਹਾ ਮਿਲਿਆ, ਰਾਜੇ ਨੇ ਸਾਰਾ ਜੋ ਅਮਲਾ ਫੈਲਾ ਲੇਤਾ ਸੀ, ਸਭ ਘੋੜੇ ਹਾਥੀ ਜੋ ਵੀ ਧਨ ਪਦਾਰਥ ਲੇਤਾ, ਸਭ ਵਾਪਸ ਭੇਜ ਦਿੱਤਾ। ਇੱਕ ਰਾਣੀ ਉਹਨਾਂ ਦੇ ਨਾਲ ਗਈ ਸੀ, ਬਾਕੀ ਰਾਜ ਪਹਾੜ ਵਿੱਚ ਰਹੀਆਂ। ਉਹ ਵੀ ਰਾਣੀ ਨੇ ਸਧਾਰਨ ਕੱਪੜੇ ਪਾ ਲਏ ਸਾਧੂਆਂ ਵਾਲੇ, ਕਿ ਜਿੱਥੇ ਤੁਸੀਂ ਜਾਓਗੇ ਉੱਥੇ ਮੈਂ ਜਾਣਾ, ਮੈਨੂੰ ਰਾਜ ਪਹਾੜ ਦੀ ਜ਼ਰੂਰਤ ਨਹੀਂ। ਜਦੋਂ ਸਾਰਾ ਅਮਲਾ ਪਹਿਲਾਂ ਆ ਗਿਆ, ਇਕੱਲੇ ਰਹਿ ਗਏ। ਫਿਰ ਸੁਨੇਹਾ ਭੇਜਿਆ ਕਿ ਰਾਜਾ ਪੀਪਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਦੇਖੋ, ਫਕੀਰ ਟੈਸਟ ਕਰਦੇ ਹੈ ਦਿਲ ਨੂੰ ਕਿ ਕਿਆ ਸੱਚਾ ਹੈ ਪਿਆਰ ਕਿ ਝੂਠਾ ਹੈ। ਰਾਮਾਨੰਦ ਨੇ ਬੰਦਾ ਭੇਜਿਆ ਸੁਨੇਹਾ ਕਿ ਜੇ ਬੜਾ ਕਾਲਾ ਤਾਂ ਕਿਸੇ ਖੂਹ 'ਚ ਪੈ ਜਾ ਕੇ, ਜੇ ਬਹੁਤਾ ਕਾਲਾ ਹੈ ਤਾਂ। ਰਾਜਾ ਸ਼ਹਿਰ 'ਚ ਦੌੜ ਪਿਆ, ਬਾਹਰ ਨੂੰ ਦੌੜਿਆ, ਲੋਕੀ ਮਗਰ ਲੱਗ ਪਏ, ਲੇਕਿਨ ਖੂਹ ਲੱਭਾ ਨਹੀਂ ਉਹਨੂੰ। ਦੌੜ ਦਾੜ ਕੇ ਜਦੋਂ ਫਿਰ ਕੋਈ ਸਿੱਖ ਮਿਲਿਆ ਕਿ ਰਾਜਾ ਤੂੰ ਕਿੱਥੇ ਜਾ ਰਿਹਾ? ਕਹਿੰਦੇ ਕਿਸੇ ਖੂਹ 'ਚ ਪੈਣਾ ਮੈਂ। ਹੁਕਮ ਹੋਇਆ ਕਿ ਖੂਹ 'ਚ ਪੈ ਜਾ। ਦੇਖੋ ਕਿੱਦਾਂ ਟਰਾਈ ਹੁੰਦੀ ਹੈ। ਵਾਪਸ ਆਇਆ, ਫਿਰ ਰਾਮਾਨੰਦ ਨੇ ਉਹਨੂੰ ਮੰਗਵਾ ਲਿਆ। ਸਧਾਰਨ ਕੱਪੜੇ ਸਾਧੂਆਂ ਵਾਲੇ, ਰਾਜ ਪਾਟ ਜਾਦੇ ਕੱਪੜੇ ਲਵਾ ਦਿੱਤੇ, ਸਾਧੂਆਂ ਵਾਲੇ ਪਾ ਲਏ। ਬਚਨ ਜਿਹੜਾ ਜੋ ਵੀ ਸਿੱਖਿਆ ਦੇਣ, ਸੋ ਉਹਦੇ 'ਤੇ ਬਿਲਕੁਲ ਮਜ਼ਬੂਤ ਹੋ ਗਿਆ। ਉਹ ਫਿਰ ਕਿਹਾ ਕਿ ਯਾਤਰਾ ਕਰਨ ਵਾਸਤੇ ਤੁਰ ਪਿਆ ਤੀਰਥਾਂ ਦੀ। ਰਾਣੀ ਨਾਲ ਤੁਰ ਪਈ। ਜਿਹਨੇ ਬਹੁਤ ਲੰਬੀ ਸਾਖੀ ਹੈ। ਮਕਸਦ ਇਹ ਹੈ ਕਿ ਸਤਿਗੁਰ ਦੇ ਜਿਹੜੇ ਬਚਨ ਸੀ ਉਹਦੇ ਅੰਦਰ ਖੁੱਭ ਗਏ। ਉਸਨੇ ਰਾਜ ਪਹਾੜ ਨੂੰ ਛੱਡ ਦਿੱਤਾ, ਫੌਜਾਂ ਛੱਡ ਦਿੱਤੀਆਂ, ਖਜ਼ਾਨੇ ਛੱਡ ਦਿੱਤੇ, ਰਾਣੀਆਂ ਛੱਡ ਦਿੱਤੀਆਂ, ਔਰ ਜੋ ਸਤਿਗੁਰ ਨੇ ਬਚਨ ਦੱਸੇ, ਜੋ ਕੀਤਾ, ਉਸ ਬਚਨ 'ਤੇ ਬਿਲਕੁਲ ਕਾਇਮ ਹੋ ਗਿਆ। ਸੋ ਸਵਾਮੀ ਜੀ ਮਹਾਰਾਜ ਜੋ ਬਾਣੀ 'ਚ ਫਰਮਾ ਰਹੇ ਹੈ, ਇਹ ਸਾਡੀਆਂ ਹਾਲਤਾਂ ਦੱਸ ਰਹੇ ਹੈ ਕਿ ਸਾਡੇ ਵਿੱਚ ਇਸੇ ਤਰ੍ਹਾਂ ਦੀਆਂ ਨੇ ਹਾਲਤਾਂ। ਅਸੀਂ ਉੱਪਰ ਉੱਪਰ ਗਾਉਂਦੇ ਹਾਂ, ਵਿੱਚੋਂ ਦਿਲੋਂ ਨਹੀਂ ਗਾਉਂਦੇ। ਅਗਰ ਅਸੀਂ ਦਿਲੋਂ ਮੰਨ ਲਈਏ ਤਾਂ ਸਾਡਾ ਜਲਦੀ ਹੀ ਫੈਸਲਾ ਹੋ ਜਾਂਦਾ ਹੈ, ਜਲਦੀ ਹੀ ਸਾਨੂੰ ਸਭ ਕੁਝ ਮਿਲ ਸਕਦਾ ਹੈ। ਅਸੀਂ ਉੱਪਰ ਉੱਪਰ ਹੀ ਗਾਉਂਦੇ ਹਾਂ। ਹਾਂਜੀ।
गुर को ऊपर ऊपर से गाता, गुर को दिल पीतर नहीं लाता, गुर का दर्शन बाहर से करता, चित्त में दर्शन कभी न तारता। स्वामी जी महाराज बड़े प्यार दे नाल फरमा रहे है कि असी बार बार दर्शन करते हैं, अपने चित्त दे अंदर नहीं बसाउंदे। जे अपने अंदर उन्हां दे बचन बसा लईए तो साडा जल्दी तो जल्दी काम हो सकदा। कई बार अगे भी दसिया है कि तुलसी साहब जी एक मेले विच गए, तुलसी साहब दा ध्यान होया कि जे सारा मेला मेरे वाल देखे तो सारियां नूं सचखंड लै जाइए। संतां दी मौज होंदी है, किसे नहीं देखिया, लोग यही कहण के कोई बुढ़ा जिहा जा रहा है। एक कंजरी सी जिहड़ी अपना पेशा छड्ड के साधुआं संतां दी संगत करदी सी। उसने नज़र भर के देखिया तो उन्होंने कोई नोखा ही शक्ल नज़र आई, तो दिल विच उसने मन्निया कि या ये खुद खुदा है तो या खुदा दा प्यारा है। ये दिलों मन्निया। उधर तुलसी साहब ने भी ध्यान किया, जो बाणी च भी लिखा है, नानक नज़रों नज़री निहाल। जब उधर नज़र की वो लड़की लोट पोट हो के जमीन ते गिर गई, सुरत सचखंड पहुँच गई। तुलसी साहब ने फरमाया कि एक लड़की सारे मेले च उतरी। साड़ा ख्याल सी कि सारे मेले नूं अपने सचखंड लै चलीए, पर एक लड़की ने देखा जिन्हें दिलों मन्निया। इस वास्ते हज़रत बहू साहब ने भी अपनी बाणी च लिखा है कि तुम्हें जिहड़े है तरबूजे नहीं हो सकते, चाहे मक्के दा हज भी कराइए। कागां दे बच्चे हैंसे नहीं बन सकते, चाहे मोतियां चोग जगाइए। सप्पां दे पुत मित्र नहीं होंदे, चाहे चुड़ियाँ दुध पियाइए। कौड़े खूह बहु मिठे नहीं होंदे, चाहे सै मणा खंड पाइए। भाई जिन्हां दे अंदर वो काफर वसदा है, वो मन दे आखे लग के दुनिया दे गलत काम करते हैं, उन्होंने जिन्ना मर्जी समझाओ, जिन्ना मर्जी उन्हां दे नाल सिर खपाई करो, लेकिन उन्होंने असर होंदा ही नहीं। वो अपनी लैन नूं नहीं छड्डदे। स्वामी जी महाराज जो बाणी जी फरमा रहे, ठीक फरमा रहे है। अगर साढ़े अंदर जे उन्हां दे बचन, महापुरखां दे वचन बैठ जान तो समय पर पता लगेगा कि कितना फायदा होंदा है। ये सानू स्वामी जी महाराज जो बाणी च फरमा रहे है, ये सानू एक सिक्ख्या दे रहे है, समझा रहे है। हाँ जी। गुर का दर्शन बाहर से करता, चित्त में दर्शन कभी न तारता, काज तेरा कैसे होवे पाई, ऊपरी गुर संग लगन लगा
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਤੇਰਾ ਕਾਜ ਕਿਸ ਤਰ੍ਹਾਂ ਹੋਏਗਾ ਜਦ ਤੇਰੀ ਉੱਪਰ ਹੀ ਧਿਆਨ ਹੈ ਤੇਰਾ, ਵਿੱਚ ਗਿਆ ਹੀ ਨਹੀਂ ਤਾਂ ਤੇਰਾ ਕਾਜ ਕਿੱਦਾਂ ਹੋਏਗਾ। ਤੁਸੀਂ ਦੁਨੀਆ ਦੇ ਵਿੱਚ ਦੇਖੋ, ਜਦ ਅਸੀਂ ਖੇਤੀਬਾੜੀ ਬੀਜਦੇ ਹਾਂ, ਜਿਹੜਾ ਦਾਣਾ ਉੱਪਰ ਰਹਿ ਜਾਂਦਾ ਹੈ ਉਹ ਉੱਗਦਾ ਨਹੀਂ, ਉਹਨੂੰ ਕੋਈ ਫਲ ਨਹੀਂ ਲੱਗਦਾ। ਜਿਹੜਾ ਦਾਣਾ ਜ਼ਮੀਨ 'ਚ ਚਲਾ ਜਾਂਦਾ ਹੈ ਉਹ ਇੱਕ ਦਾਣੇ ਦੇ ਕਈ ਦਾਣੇ ਬਣ ਜਾਂਦੇ ਆ। ਇਸ ਵਾਸਤੇ ਸਾਡੀ ਉੱਪਰਲੀ ਜਿਹੜੀ ਪ੍ਰੀਤੀ ਹੈ ਇਹਦੇ ਨਾਲ ਸਾਡਾ ਕਾਜ ਨਹੀਂ ਹੋ ਸਕਦਾ। ਜੋ ਸਵਾਮੀ ਜੀ ਮਹਾਰਾਜ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਇਹ ਸਾਨੂੰ ਇੱਕ ਬਹੁਤ ਬੜੀ ਸਿੱਖਿਆ ਦੇ ਰਿਹਾ ਹੈ, ਸਾਨੂੰ ਸਮਝਾ ਰਿਹਾ ਹੈ, ਤਾਂ ਕਿ ਸਾਨੂੰ ਇਸ ਚੀਜ਼ ਦੀ ਸਮਝ ਆਉਣੀ ਚਾਹੀਦੀ ਹੈ। ਹਾਂਜੀ। ਕਾਜ ਤੇਰਾ ਕੈਸੇ ਹੋਵੇ ਭਾਈ, ਊਪਰੀ ਗੁਰ ਸੰਗ ਲਗਨ ਲਗਾਈ, ਪੀਤਰੀ ਤਨ ਔਰ ਮਾਨ ਬਿਰਾਜਾ, ਊਪਰੀ ਨਾਮ ਗਰੀਬੀ ਸਾਜਾ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਆਪਣੇ ਅੰਦਰ ਤੇ ਤੂੰ ਮਾਣ ਵਡਿਆਈ ਔਰ ਧਨ ਪਦਾਰਥ, ਇਹ 24 ਘੰਟੇ ਤੇਰਾ ਅੰਦਰ ਖਿਆਲ ਰਹਿੰਦਾ ਹੈ। ਉੱਪਰੋਂ ਲੋਕਾਂ ਨੂੰ ਦੱਸਣ ਵਾਸਤੇ ਗਰੀਬੀ ਦੱਸਦਾ ਹੈ, ਉੱਪਰੋਂ ਤੂੰ ਦੱਸਦਾ ਹੈ ਗਰੀਬੀ, ਪਿੱਛੋਂ ਤੇਰਾ ਦਿਲ ਜਿਹੜਾ ਉਹ ਮਾਣ ਵਡਿਆਈ ਔਰ ਧਨ ਪਦਾਰਥ ਵੱਲ 24 ਘੰਟੇ ਰਹਿੰਦਾ ਹੈ। ਹਾਂਜੀ। ਭੀਤਰੀ ਤਨ ਔਰ ਮਾਨ ਬਿਰਾਜਾ, ਊਪਰੀ ਨਾਮ ਗਰੀਬੀ ਸਾਜਾ, ਭੀਤਰੀ ਕਾਮ ਔਰ क्रोध बसाए, ऊपरी शील सीमा दिखलाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਅੰਦਰੋਂ ਤੇ ਤੂੰ ਕਾਮ ਕ੍ਰੋਧ ਉਹਨਾਂ ਦੇ ਆਖੇ ਹੀ ਲੱਗਦਾ ਹੈ, ਉਹੀ ਤੇਰੇ ਅੰਦਰ ਵਸ ਰਿਹਾ ਹੈ। ਉੱਪਰੋਂ ਤੂੰ ਬੜਾ ਸੀਲ ਸੰਦੋਖ। ਹਜ਼ੂਰ ਕਈ ਵਾਰ ਇਹ ਫਰਮਾਉਂਦੇ ਹੁੰਦੇ ਸੀ ਕਿ ਇੱਕ ਸਾਧੂ ਜਿਸ ਨੇ ਸੀਤਲ ਦਾਸ ਆਪਣਾ ਨਾਂ ਰੱਖਿਆ ਸੀ, ਸੀਤਲ ਦਾਸ ਨਾਂ ਰੱਖਿਆ ਤਾਂ ਉਹਦੀ ਟਰਾਈ ਕਰਨ ਵਾਸਤੇ ਕੋਈ ਸਾਧੂ ਨੇਕ ਪਾਕ ਬੰਦਾ ਸੀ। ਅੱਛਾ, ਉਹ ਦੇਖਣ ਲੱਗਾ ਕਿ ਸੀਤਲ ਦਾਸ ਹੈ ਜਾਂ ਕੀ ਹੈਗਾ, ਹੈ ਵੀ ਹੈ ਕਿ ਜਾਂ ਨਾ ਹੀ ਹੈ। ਚਲਾ ਗਿਆ, ਕਹਿਣ ਲੱਗੇ ਮਹਾਤਮਾ ਜੀ ਥੋੜ੍ਹੀ ਜਿਹੀ ਅੱਗ ਚਾਹੀਦੀ ਹੈ। ਕਹਿੰਦਾ ਹੈ ਨਹੀਂ ਅੱਗ ਬਈ। ਉਹ ਫਿਰ ਫਰਾ ਕੇ ਫਿਰ ਆਇਆ, ਮਹਾਤਮਾ ਜੀ ਥੋੜ੍ਹੀ ਜਿਹੀ ਅੱਗ ਚਾਹੀਦੀ ਹੈ। ਕਹਿੰਦਾ ਉਹ ਹੈ ਨਹੀਂ ਅੱਗ, ਤੈਨੂੰ ਕਿਹਾ। ਤੀਸਰੀ ਵਾਰ ਫਿਰ ਉਹ ਫਿਰ ਕੇ ਆਇਆ। ਜਦੋਂ ਉਹਨੇ ਅੱਗ ਮੰਗੀ ਤਾਂ ਉਹ ਕ੍ਰੋਧ ਨਾਲ ਪਿਆ ਉਹਨੂੰ ਵੱਢਣ ਵਾਸਤੇ, ਜਿੱਦਾਂ ਕੋਈ ਵੱਢਣ ਪੈਂਦਾ ਹੈਗਾ। ਕਹਿਣ ਲੱਗਾ ਹੁਣ ਕਿੱਥੋਂ ਆਈ ਹੈ? ਤੂੰ ਕਹਿੰਦਾ ਹੈ ਅੱਗ ਹੈ ਨਹੀਂ, ਹੁਣ ਕਿੱਥੋਂ ਆ ਗਈ ਅੱਗ? ਇਸ ਵਾਸਤੇ ਸਵਾਮੀ ਜੀ ਮਹਾਰਾਜ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਇਹ ਸਾਡੀਆਂ ਹਾਲਤਾਂ ਸੰਤ ਮਹਾਂਪੁਰਖ ਲਿਖਦੇ ਹੈ, ਔਰ ਕਿਸ ਵਾਸਤੇ ਕਿ ਸਾਨੂੰ ਇਹ ਬਾਣੀ ਸੁਣ ਕੇ ਸਾਡੇ 'ਚ ਜਿਹੜੀ ਕਮੀ ਹੈ ਅਸੀਂ ਉਸ ਕਮੀ ਨੂੰ ਦੂਰ ਕਰੀਏ। ਅਗਰ ਸਾਡੇ ਵਿੱਚ ਹੈ ਤਾਂ ਅਸੀਂ ਉਹ ਕਮੀ ਦੂਰ ਕਰੀਏ, ਸੰਤਾਂ ਮਹਾਂਪੁਰਖਾਂ ਦੇ ਆਖੇ ਲੱਗੀਏ। ਜੋ ਬਾਣੀ ਦੱਸਦੀ ਹੈ ਉਸ ਤਰ੍ਹਾਂ ਸਾਡੇ ਵੀ ਖਿਆਲਾਤ ਹੋਣੇ ਚਾਹੀਦੇ ਹੈ।
हाँ जी। भीतरी काम और क्रोध बसाए, ऊपरी शील सीमा दिखलाए, भीतरी लगन ना गुर से लागी, ऊपरी लगन करे क्या पाजी। गुरु साहब जी बड़े प्यार दे नाल फरमा रहे है, अंदरली तेरी लगन, सच्ची लगन जिहड़ी लाणी सी, लगन कहंदे आ प्यार नूं, वो सच्चा प्यार तेरा लगा नहीं। उपरला प्यार तेरा भाजी की करेगा, उपरला प्यार जिहड़ा वो कुछ नहीं हैगा। अंदरला प्यार जिहड़ा सच्चा प्यार है, सच्चे प्यार वास्ते सानू दुख सुख झलना पैंदे है। दुख आए सुख आए, गरीबी आए मेरी आए, जो मर्जी ताने मीणे होण, लेकिन साड़ा प्यार ना टुटना चाहिए। साढ़े प्यार च कोई फर्क नहीं पैना चाहिए। जे कोई साड़ी थोड़ी बहुती नियादरी करता है तो असी वो अपना आसन ही छड्ड दिंदे आ, अपना टिकाणा ही छड्ड दिंदे आ, सत्संग छड्ड दिंदे आ, भजन सिमरन छड्ड दिंदे आ, मुरशद ही छड्ड दिंदे आ। आशिक नहीं छड्डदे। जिन्हां दे अंदर वो सच्चा प्यार हो जाए वो नहीं छड्डदे, चाहे दुनिया एक पासे भी हो जाए, सारी दुनिया एक पासे हो जाए, वो नहीं छड्डदे। हाँ जी। भीतरी लगन न गुर से लागी, ऊपरी लगन करे क्या पाजी। गुर कस तेरे होए सहाई, शब्द की प्रीत ना अंतर आई। स्वामी जी महाराज बड़े प्यार नाल फरमा रहे है, भाई सतगुर तेरे सहाई किस तरह होणगे। तेरे अंदर शब्द की प्रीति नहीं आई, वो शब्द की तू लज्जत नहीं लई, शब्द की कमाई नहीं की। जब तू शब्द की कमाई करदा ही नहीं तो सतगुर दे नाल तेरा प्यार ही नहीं, सतगुर सहाई किस तरह होणगे। बाणी च लिखिया बिन गुर बिन करनी छुटे न खान का फिरना। सानू करनी जरूर करनी चाहिए। असी बहुत सारी किसी दुकान के उत्ते लाखां रुपए का सौदा पा दईए, जे ना बैठांगे तो उत्थों की बट्टांगे, असी कोई प्राउड सानू मिलेगी। अच्छी जमीन असी लै लवांगे, जे मेहनत ना करांगे तो की उहदे विचों लवांगे। हर चीज़ की मेहनत करना पैंदी है। जो मुरशद सानू दसे सानू उहदी भी मेहनत करना पैंदी है। मेहनत के बिना इस तरह हजूर कई बार फरमाउंदे हुंदे, जे किसी नूं धन किसी राह विचों लभ जाए तो राह विच ही जुआड़ जूड़ के आ जाता है घर। पर जिसने कमाई की होवे, मेहनत की है, वो नहीं जुआड़दा, वो फजूल नहीं जुआड़ेगा। वो सोच के लाएगा, जिथे भी लाएगा सोच के लाएगा। इस वास्ते कि साड़ी जिहड़ी मेहनत है, इस मेहनत नूं असी फिर जुआड़दे नहीं तो जिहड़े असी उपरली मेहनत करते हैं, कोई किसी नूं सराफ दे दिता, साड़ी मेहनत जिहड़ी माड़ी मोटी हो गई ਉਹਦੇ ਵਿੱਚ ही चला जाती है। और कुछ करांगे फिर वो मेहनत साड़ी जिहड़ी चला जाती है। हजूर फरमाउंदे हुंदे सी कि शब्द व्यासी महापुरख जिहड़े है
वो किसी नूं सराफ नहीं देंदे, किसी ने जरूरत ही नहीं उन्होंने सराफ देने की। वो क्यों अपनी कमाई नूं घटाण, की जरूरत है उन्होंने अपनी कमाई नूं घटाण दी। साडियां कमाइयां इदां बर्बाद हो जांदियां ने। असी जिहड़े उछे घड़े होने आ असी छलक जाने आ, जिहड़े भरे हुंदे आ वो नहीं छलकदे। जदों महाराज नूं ना उत्थों कढ़ दिता ही नाथां ने कढ़ दिता, तो गुरु साहब जी गए तीसरी पातशाही, देखिया उत्थे लभे नहीं, कित्थे गए गुरु साहब। लोगों ने कहा भी इन्हां लोकां नाथां ने जिहड़े और बाकी बदमाश पार्टी उन्हें कढ़ दिते भी ये बदल नहीं पैण दिंदे। उन्हें कहा कि बदल तो नाथ नहीं पैण देंदे, तुसीं इन्हां नूं जिस खेत विच लै जाओ तुसीं देखो बदल पैंदा। वो जिहड़े चंगे चंगे बंदे हो लै गए अपने खेतां 'च, बदल पै गया। जिहड़े माड़े हो रह गए वो कहण लगे साडे हुण जांदे नहीं, कहंदे जे इन्हां दा बाल भी एक चला जाएगा उत्थे भी पै जाएगा मींह। उन्हें माड़े जिहड़े हुण वाल पुट्टना शुरू कर दिते उन्हां दे, वो उधर लै गए। जिसले गुरु साहब के पास गए, गुरु साहब ने कहा की कीता ही आ, ये नहीं सी तू करना चाहिए। कहन लगे महाराज असी अद्धे आ घड़े असी उछल जाने आ, छड़क जाने आ, तुसी भरे हो तुसी नहीं छलकदे, तुसी नहीं छलकदे। जिहड़े फकीर भरपूर ने बंदगी विच वो छलकदे नहीं, वो माड़ी मोटी गल ते वो नहीं छलकदे, भावें उन्होंने तकलीफ भी होवे। कबीर साहब नूं जदों ये पातशाह ने कहा कि इन्हूं बन के गंगा विच रोड़ो, तो कबीर साहब ने कहा कोई गल नहीं, जे मेरे राम नूं मंजूर है तो कोई नहीं, मैं मेरा की इख्तियार है। जे मेरा राम चाहुंदा है कि इनू रोड़ना है तो रोड़ दो। उतों भी बच गए। फिर कहन लगे इनू चिखा दे विच जलाओ, बालन अद्धा थले पाओ अद्धा उपर पाओ। कबीर साहब ने कहा कोई गल नहीं, इदां कर लो, जे मेरे राम नूं जरूरत है कि इस अगन विच जलाउणा है तो मेरे की इख्तियार है, जला दिओ, कोई फर्क नहीं पैंदा। उन्हें राम नूं बसारिया नहीं। वो नवाब जिहड़े मुसलमान वो कहंदे तू अल्लाह कहो, तू राम क्यों कहना। वो कहने लगा राम ही राम है, अल्लाह भी राम ही है, ये भी राम ही है। इस कारण ना छड़ाण दे वास्ते इतनियां सजावां फकीरां नूं दित्तियां, लेकिन वो अपनी कमाई च भरपूर होंदे है। उन्हां नूं पूरा विश्वास होंदा परमात्मा ते। जिहदा पूरा विश्वास है उहदा काम मालक ने करना ही पैंदा है। ये तुसी पिछले इतिहास जिहड़े आ सबूत दे रहे हैं। ये तुसी जानते हो जदों श्री गुरु रविदास महाराज दे नाल भी शरा वालियां ने रौला रप्पा पाया कि पूजा करते हैं, जंजू पाए है, धोती लाते है, खड़ावा लाते है, तो पातशाह जिहड़ा सी नवाब मुसलमान उहदे अगे दुर्गासां चला गईयां, ठाकरां दी पूजा करते है। उन्हें जदों पुछया कहंदे जी ये खड़ावां तो बाज़ारों मिल जांदियां पैसिਆਂ नाल, धोती भी मिल जाती है, तो जंजू धागे दा हार के बंदा पा सकदा, जिहड़ा मर्जी पा लवे। इहदे च कोई किसी का तराज नहीं है। तो ठाकरां दी पूजा तुसीं करदे हो जी, करदे हैं। उस नवाब ने यही सोचा कि असी क्यों असी परमात्मा दे ही सुट देने हैं, असी क्यों बुरा करिए किसी नाल। वो भी चाहुंदा सी कि बुत परस्ती जिहड़ी नहीं होनी चाहिए। गंगा दे पार छड्डो, जिहदे सच्चे होणगे ठाकर आपे आ जाणगे। ठाकर ते उही ही जिहड़े है सन, लेकिन उत्थे कमाई सी। वो चुप करके अंदर ध्यान ला दिता, शब्द नूं सुनना शुरू करता।
ਦੂਸਰੇ ਜਿਹੜੇ ਪਾਰਟੀਆਂ ਸਨ ਉਹ ਬਥੇਰੇ ਆਪਣੇ ਘੁੰਗਰੂ ਛਣਕਾਉਂਦੇ ਸਨ, ਬਥੇਰੇ ਆਪਣੇ ਸਿਤਾਰਾਂ ਵਜਾਉਣੀਆਂ, ਬਾਜੇ ਵਜਾਉਣੇ, ਢੋਲਕੀਆਂ ਵਜਾਉਣੀਆਂ, ਬੜੀਆਂ ਆਵਾਜ਼ਾਂ, ਮੈਂਤਰ ਤੈਂਤਰ ਬਹੁਤ ਕੀਤੇ, ਲੇਕਿਨ ਬਣਿਆ ਕੁਛ ਨਹੀਂ। ਜਿਹੜੇ ਸ਼ਬਦ ਦੀ ਕਮਾਈ ਕਰ ਰਹੇ ਸਨ, ਪਰਮਾਤਮਾ ਨੇ ਉਹਨਾਂ ਦੀ ਕੀਤੀ ਮਦਦ, ਉਹ ਗੰਗਾ ਨੂੰ ਤਾਰ ਕੇ ਉਹਨਾਂ ਦੇ ਪਾਸ ਲਿਆਏ। ਈਸ਼ਵਰ 'ਤੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਹੁੰਦਾ ਹੈ, ਪੂਰੇ ਵੱਧ ਜਾਂਦੇ ਹੈ, ਪਰਮਾਤਮਾ ਨੂੰ ਖੁਦ ਬਖੁਦ ਹੀ ਉਹਨਾਂ ਦਾ ਕੰਮ ਕਰਨਾ ਪੈਂਦਾ ਹੈ। ਇਸੇ ਵਾਸਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਬਾਣੀ 'ਚ ਲਿਖਿਆ ਹੈ ਕਿ ਹੈ ਪ੍ਰਭੂ, ਤੂੰ ਸਾਨੂੰ ਜਨਮ ਦੇ ਕੇ ਕੁਟੰਬ ਜਾਲ ਦੇ ਵਿੱਚ ਫਸਾ ਦਿੱਤਾ ਹੈ। ਅਸੀਂ ਤੇਰੀ ਬੰਦਗੀ ਕਰਕੇ, ਤੇਰਾ ਭਜਨ ਕਰਕੇ ਅਸੀਂ ਕੁਟੰਬ ਜਾਲ 'ਚੋਂ ਨਿਕਲ ਗਏ ਹਾਂ। ਹੁਣ ਅਸੀਂ ਤੈਨੂੰ ਆਪਣੇ ਕੁਟੰਬ ਦੇ ਵਿੱਚ, ਆਪਣੇ ਜਾਲ 'ਚ ਫਸਾ ਲਿਆ। ਹੁਣ ਤੂੰ ਕਿਹਦੀ ਬੰਦਗੀ ਕਰੇਗਾ? ਤੂੰ ਕਿਹਨੂੰ ਸਿਮਰੇਗਾ? ਕਿਸ ਤਰ੍ਹਾਂ ਨਿਕਲ ਸਕਦਾ ਹੈ? ਤੂੰ ਸਾਡੇ ਜਾਲ 'ਚੋਂ ਨਹੀਂ ਨਿਕਲ ਸਕਦਾ। ਵਾਕਿਆ ਹੀ ਤੁਸੀਂ ਕਿਸੇ ਮਹਾਤਮਾ ਦੀ ਬਾਣੀ ਲਾਓ, ਸੋ ਪਰਮਾਤਮਾ ਨੂੰ ਕੰਮ ਕਰਨਾ ਹੀ ਪਿਆ। ਨਾਮਦੇਵ ਨੂੰ ਜਦੋਂ ਕੈਦ ਕੀਤਾ ਹੈ ਕਿ ਗਊ ਜਿੰਦੀ ਕਰ, ਉਹ ਵੀ ਆਪਣੀ ਸਮਾਧੀ ਲਾ ਕੇ ਬਹਿ ਗਿਆ। ਪਰਮਾਤਮਾ ਨੂੰ ਉੱਥੇ ਵੀ ਕੰਮ ਕਰਨਾ ਪਿਆ। ਜਦੋਂ ਮੰਦਰ ਦੇ ਵਿੱਚੋਂ ਕੱਢਿਆ ਤਦ ਪਰਮਾਤਮਾ ਨੇ ਉਸ ਮੰਦਰ ਨੂੰ ਹੀ ਪੁਆਉਣਾ ਪਿਆ, ਮੰਦਰ ਪੁਆ ਕੇ ਉਹਦੇ ਵੱਲ ਕਰ ਦਿੱਤਾ। ਇਹ ਸਭ ਕੁਛ ਉਸ ਮਾਲਕ ਦਾ ਕੰਮ ਹੈ, ਕਿਉਂਕਿ ਜਦੋਂ ਸਾਡਾ ਸੱਚਾ ਪਿਆਰ, ਅਸੀਂ ਉਹਦੇ ਉੱਤੇ ਬੱਚੇ ਦੀ ਹਜ਼ੂਰ ਮਿਸਾਲ ਦਿੰਦੇ ਹੁੰਦੇ ਆ ਕਿ ਬੱਚਾ ਜਦੋਂ ਮਾਂ ਪਿਓ ਦੇ ਹੁੰਦਾ ਹੈ ਅਤੇ ਬੱਚੇ ਦੀ ਰਾਖੀ ਮਾਂ ਪਿਓ ਨੇ ਹੀ ਕਰਨੀ ਹੁੰਦੀ ਹੈ। ਜਦੋਂ ਇਹ ਵੀ ਬੱਚੇ ਦੀ ਮਿਸਾਲ ਬਣ ਜਾਏਗਾ ਤਾਂ ਇਹਦੀ ਰਾਖੀ ਪਰਮਾਤਮਾ ਨੇ ਹੀ ਕਰਨੀ ਹੈ, ਉਹੀ ਇਹਦਾ ਮਾਂ ਪਿਓ ਹੈਗਾ। ਹੁਣ ਸਵਾਮੀ ਜੀ ਜੋ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ, ਠੀਕ ਫਰਮਾ ਰਹੇ ਹੈ ਕਿ ਸਾਡਾ ਕਾਜ ਹੋਵੇ ਕਿੱਦਾਂ। ਅਸੀਂ ਉੱਪਰੋਂ ਤੇ ਗਾ ਰਹੇ ਹਾਂ, ਅੰਦਰ ਆਪਣੇ ਵਸਾਉਂਦੇ ਨੇ ਉਹਨਾਂ ਦੇ ਬਚਨ। ਜਿਹਨੇ ਨੇ ਅੰਦਰ ਆਪਾਂ ਉਹਨਾਂ ਦੇ ਬਚਨ ਵਸਾ ਲਏ, ਉਹਨਾਂ ਦੇ ਕੰਮ ਵੀ ਹੋ ਜਾਂਦੇ ਹੈਗੇ। ਹਾਂਜੀ। ਗੁਰ ਕਸ ਤੇਰੇ ਹੋਏ ਸਹਾਈ, ਸ਼ਬਦ ਕੀ ਪ੍ਰੀਤ ਨਾ ਅੰਤਰ ਆਈ। ਕੌਣ ਬਿਦ कहूँ तोहे समझाई, भाग कुछ ओछा ही तैं पाई। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਮੈਂ ਕਿਸ ਵਿਧੀ ਨਾਲ ਤੈਨੂੰ ਸਮਝਾਵਾਂ, ਕਿਸ ਤਰੀਕੇ ਨਾਲ ਸਮਝਾਵਾਂ। ਤੇਰਾ ਭਾਗ ਕੁਝ ਉੱਚਾ ਹੀ ਨਜ਼ਰ ਆਉਂਦਾ ਮੈਨੂੰ। ਤੇਰਾ ਐਸਾ ਕਰਮ ਹੀ ਨਹੀਂ ਕਿ ਤੂੰ ਸਮਝ ਜਾਵੇਂ। ਭਾਈ ਉੱਚਾ ਭਾਗ ਜਿਹਦਾ ਹੁੰਦਾ ਉਹ ਸਮਝ ਨਹੀਂ ਸਕਦਾ, ਉਹਨੂੰ ਪਤਾ ਨਹੀਂ ਲੱਗਦਾ। ਉੱਚੀ ਚੀਜ਼ ਕੋਈ ਵੀ ਕੰਮ ਨਹੀਂ ਆ ਸਕਦੀ। ਉੱਚਾ ਕੋਈ ਕੱਪੜਾ ਉਹ ਕੰਮ ਨਹੀਂ ਆਉਂਦਾ, ਉੱਚੀ ਲੱਕੜ ਕੋਈ ਉਹ ਕੰਮ ਨਹੀਂ ਆਉਂਦੀ। ਹਰ ਇੱਕ ਚੀਜ਼ ਜਿਹੜੀ ਹੈ ਉਹ ਕੰਮ ਨਹੀਂ ਆਉਂਦੀ ਹੈਗੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਤੇ ਤੇਰਾ ਮੁਕੰਮਲ ਭਾਗ ਨਹੀਂ ਹੈ, ਉੱਚਾ ਹੈ ਭਾਗ ਤੇਰਾ। ਹਾਂਜੀ। ਕੌਣ ਬਿਦ ਕਹੂੰ ਤੋਹੇ ਸਮਝਾਈ, ਭਾਗ ਕੁਛ ਓਛਾ ਹੀ ਤੈਂ ਪਾਈ। ਭਾਗਾਂ ਨੂੰ ਬਣਾਉਣ ਵਾਸਤੇ ਸਾਨੂੰ ਕਹਿੰਦੇ ਨੇ ਕਰਮ ਕਰਨਾ। ਕਰਨ ਦਾ ਨਾਂ ਕਰਮ ਹੈ। ਕਰਮ ਆਪਣੇ ਆਪ ਨਹੀਂ ਆਉਂਦਾ, ਜਿਹੜਾ ਬੰਦਾ ਕਰੇਗਾ ਉਹਦਾ ਕਰਮ ਬਣਦਾ ਹੈਗਾ। ਹੁਣ ਅਸੀਂ ਸਤਸੰਗ 'ਚ ਜਿਹੜੇ ਜੀਵ ਬੈਠੇ ਹੈ, ਇਹ ਇਹਨਾਂ ਦਾ ਕਰਮ ਬਣ ਗਿਆ। ਫਿਰ ਬੈਠਣਗੇ, ਫਿਰ ਕਰਮ ਬਣ ਜਾਏਗਾ। ਇਸੇ ਤਰ੍ਹਾਂ ਕਰਮ ਜਿਹੜਾ ਬਣਦਾ ਹੈ, ਕਰਮ ਕੀਤਿਆਂ ਕਰਮ ਹੁੰਦਾ ਹੈ, ਭਾਗ ਕੀਤਿਆਂ ਹੀ ਭਾਗ ਬਣਦੇ ਹੈ।
ਭਾਗ ਕਿਤੇ ਬੱਧੇ ਮਦਾਏ ਨਹੀਂ ਮਿਲਦੇ ਹੈਗੇ। ਹਾਂਜੀ। कौन बिद कहूँ तो है समझाई, भाग कुछ ओछा ही तैं पाई, तमो गुण छाए रहा कट तेरे, सतो गुण कभी न आवे नेरे। गुरु साहब जी बड़े प्यार नाल समझा रहे हैं कि तमो गुण तेरे अंदर 24 घंटे तेरे अंदर बढ़िया हैगा और ये तैनू सता रहा है। तमो गुण एक ऐसी चीज़ है कि जे कदी सारा मुल्क साढ़े कोल हो जाए तो साड़ा तमा फिर भी नहीं रज सकता। सारी दुनिया भी साड़ी बन जाए तो फिर भी सानू दूसरे राजां दे उत्ते हमले असी करदे हां। तुसीं देखदे हो जिन्हां दे सारे सारे राज हुंदे है वो दूसरे राजां दे हमले करदे है। जे उन्हां दा तमा पूरा हो जाए तो दूसरे राज ते जाण दी की लोड़ है। इसे तरह दो राजे सन, उन्हां दा गुआंढी एक राज जिहड़ा सी वो दूसरे ते हमला करन दी कोशिश कर रहा सी। उहदे विच एक महात्मा रहिंदा सी। वो राजा उस महात्मा दे पास चला गया, कहन लगा महाराज गुआंढी जिहड़ा राजा है मेरे ते हमला करना चाहुंदा है, मेरे कोल फौजी इंतजाम घट है, उहदे पास फौजी इंतजाम ज़्यादा है। तेरे पास होर की है कि मेरे पास सोना है। महात्मा ने कहा कि इस तरह कर, छोटे छोटे टोटे करके कुछ मेरे कोल छड़ जा, 1-2 दिन के बाद तू फिर लै जाई। वो छड़ आया। उसने की किया भी वो टोटे थालियां च पाए, उत्ते रुमाल दे दिते। जदों पातशाह बार्डर ते आया, फकीर जाके मिल पिया। फकीर कहन लगा कि तुसी हमला दे बाद च करियो, पहले मेरी कुटिया च चाह पानी पी के जाओ। वो कहन लगे तू चाह पानी सानू की पिलाना है, असी पातशाह तू साधु। कहन लगे मैं शराफ देंगा तुसी नहीं जाओगे। शराफ तो बड़े डरदे होंदे सी पहला। चला गए वजीर दबान नाल। जदों उन्हें थालियां अगे रखियां, रुमाल चुके तो टोटे सोने दे। कहन लगे कोई खाण वाली चीज़ है। साधु ने कहा बड़े तरीके नाल फकीर समझाउंदे सानू समझ नहीं आउंदी। महात्मा ने कहा महाराज खाओ, कोई गल नहीं, रोटी तो तुसी घर खांदे ही हो, इसे वास्ते तुसी हमला कर रहे हो, ऐ सोने वास्ते तुसी हमला कर रहे हो। कई बच्चे, हज़ारां बच्चे यतीम हो जाने हैं, हज़ारां औरतां बेवाह हो जानियां, कई जानवर ते कई परिंदे तुसी मार देने सिर्फ ऐदे वास्ते। यही नहीं तुहानू घर मिलिया, बाकी रोटी तो घर खांदे ही हो, तुसी खाओ। राजे नूं उत्थों ही ज्ञान हो गया कि वाकई खाण वाली तो कोई चीज़ नहीं। उत्थों ही मुड़ गया, वापस हो गया। वो सोने के टोटे उन्हें फिर पातशाह नूं दे दिते। इस वास्ते साडा तमा जिहड़ा, तमो गुण जिहड़ा वो जे भरिया जावे तो एक राज दूसरे राज ते हमला करन दी लोड़ की है? भरिया नहीं जाता। वो सतो गुण जिहड़ा साडे नेड़े नहीं आउंदा, वो असीं समझदे कुछ नहीं है। हाँ जी। तमो गुण छाए रहा कट तेरे, सतो गुण कभी न आवे नेरे। भजन करे तू ना कब सच्चा,
शरण में गुर की है तू कच्चा। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਤੂੰ ਕਦੇ ਸੱਚਾ ਭਜਨ ਨਹੀਂ ਕੀਤਾ, ਸੱਚੇ ਦਿਲ ਨਾਲ ਨਹੀਂ ਕੀਤਾ, ਇਸ ਵਾਸਤੇ ਸਤਿਗੁਰ ਦੀ ਸ਼ਰਨ ਵਿੱਚ ਤੂੰ ਕੱਚਾ ਹੈ। ਸੋ ਬਾਣੀ 'ਚ ਵੀ ਲਿਖਿਆ ਹੈ, ਕੱਚਿਓਂ ਹੋ ਪੱਕਾ ਕਰ ਭਗਤੀ, ਕੱਚਿਓਂ ਹੋ ਪੱਕਾ ਕਰ ਭਗਤੀ। ਭਾਈ ਭਗਤੀ ਦੇ ਵਿੱਚ ਸੇਕ ਲੱਗਦੇ ਹੈ, ਭਗਤੀ ਦੇ ਵਿੱਚ ਦੁੱਖ ਆਉਂਦੇ ਹੈ, ਭਗਤੀ ਦੇ ਵਿੱਚ ਮੀਣੇ ਤਾਨੇ ਵੱਜਦੇ ਹੈ। ਇਸ ਨੂੰ ਬੜੀ ਮਜ਼ਬੂਤੀ ਰੱਖਣਾ ਪੈਂਦੀ ਹੈ। ਜਿਸ ਤਰ੍ਹਾਂ ਹਜ਼ਰਤ ਬਾਊ ਸਾਹਿਬ ਨੇ ਬਾਣੀ 'ਚ ਫਰਮਾਇਆ ਹੈ, ਆਸ਼ਿਕ ਹੋਵੇ ਜੇ ਇਸ਼ਕ ਕਮਾਵੇ, ਦਿਲ ਰੱਖੇ ਬਾਂਗ ਪਹਾੜਾਂ ਹੋ। ਹਉ ਸੋ ਲਾਮੇ ਲੱਖਾਂ ਹੀ ਤਾਨੇ, ਕਰ ਜਾਣੇ ਬਾਗ ਬਹਾਰਾਂ। ਇਹਨੂੰ ਲੱਖਾਂ ਤਾਨੇ ਵੱਜਣ, ਲਾਮੇ ਦੇਵੇ ਕੋਈ, ਜੋ ਮਰਜ਼ੀ ਇਸ ਨੂੰ ਕਵੇ, ਇਹ ਉਸ ਬਾਰ ਬਹਾਰਾਂ ਹੀ ਸਮਝੇ ਕਿ ਮੈਨੂੰ ਕੋਈ ਸਿੱਖਿਆ ਹੀ ਦੇ ਰਿਹਾ ਹੈਗਾ। ਕਿਸੇ ਬਾਣੀਏ ਦੀ ਗੱਲ ਸੁਣਾਉਂਦੇ ਹਜ਼ੂਰ ਕਈ ਵਾਰ ਸਹਾਉਂਦੇ ਹੁੰਦੇ ਸੀ ਕਿ ਬਾਣੀਏ ਕੋਈ ਗਾਲਾਂ ਦੇਣ ਡਿਆ ਸੀ। ਕਿਸੇ ਨੇ ਕਿਹਾ ਤੈਨੂੰ ਫਲਾਣਾ ਬੰਦਾ ਗਾਲਾਂ ਦੇ ਰਿਹਾ, ਕਹਿੰਦਾ ਦੇ ਰਿਹਾ ਹੈ, ਹਾਂ। ਕਹਿੰਦਾ ਦੇ ਹੀ ਰਿਹਾ ਨਾ, ਕੁਝ ਲੈ ਤਾਂ ਨਹੀਂ ਰਿਹਾ। ਬੜੇ ਹਜ਼ੂਰ ਕਈ ਵਾਰ ਹਸਾਉਂਦੇ ਹੁੰਦੇ ਸੀ ਇਸ ਤਰ੍ਹਾਂ ਗੱਲਾਂ ਕਰਕੇ, ਕਹਿੰਦੇ ਦੇ ਹੀ ਰਿਹਾ ਨਾ, ਕੁਝ ਲੈ ਤਾਂ ਨਹੀਂ ਰਿਹਾ। ਸੋ ਭਾਈ ਅਸੀਂ ਸੱਚਾ ਭਗਤ ਨਹੀਂ ਕਰਦੇ, ਸੱਚਾ ਨਾਮ ਨਹੀਂ ਜਪਦੇ, ਇਸ ਕਰਕੇ ਅਸੀਂ ਕੱਚੇ ਹਾਂ। ਅਤੇ ਕੱਚਿਓਂ ਹੋ ਪੱਕਾ ਕਰ ਭਗਤੀ। ਕੱਚਿਓਂ ਜਦ ਪੱਕੇ ਹੋਣਾ ਤਾਂ ਸਾਨੂੰ ਭਗਤੀ ਦੀ ਜ਼ਰੂਰਤ ਹੈ। ਭਗਤੀ ਦੇ ਵਿੱਚ ਬਹੁਤ ਸਾਰੇ ਤੂਫਾਨ ਆਉਂਦੇ ਹੈ, ਕਈ ਹਨੇਰੀਆਂ ਆਉਂਦੀਆਂ ਨੇ, ਕਈ ਕੁਛ ਬਰਦਾਸ਼ਤ ਕਰਨਾ ਪੈਂਦਾ ਹੈ। ਇਹ ਨਹੀਂ ਕਿ ਭਗਤੀ ਦੇ ਵਿੱਚ ਪਰੌਂਠਾ ਹੀ ਦਿੰਦਾ ਕੋਈ, ਨਹੀਂ। ਕਿਸੇ ਵੇਲੇ ਸੁੱਕੀਆਂ ਵੀ ਮਿਲਦੀਆਂ, ਕਿਸੇ ਵੇਲੇ ਮੀਣੇ ਤਾਨੇ ਵੀ ਮਿਲਦੇ, ਕਿਸੇ ਵੇਲੇ ਮਿਲਦਾ ਹੀ ਕੱਖ ਨਹੀਂ। ਇਹ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਹਾਂਜੀ। भजन तू करे न कब ही सच्चा, शरण में गुर की है तू कच्चा। जरा सी ताड़ मार नहीं सहता, निरादर करे जगत में बहता। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਜਰਾ ਵੀ ਤੈਨੂੰ ਧਾੜ ਮਾਰ ਹੁੰਦੀ ਹੈ ਥੋੜ੍ਹੀ ਬਹੁਤੀ ਸੰਸਾਰ ਵੱਲੋਂ, ਕੋਈ ਨਿਰਾਦਰੀ ਹੁੰਦੀ ਹੈ ਤਾਂ ਤੂੰ ਬਹਿ ਹੀ ਜਾਣਾ ਹੈ। ਬਿਲਕੁਲ ਜਿਸ ਤਰ੍ਹਾਂ ਇੱਕ ਕੋਈ ਮਸ਼ਕ ਬਹਿ ਜਾਂਦੀ ਹੈ, ਇਸ ਤਰ੍ਹਾਂ ਤੂੰ ਬਹਿ ਜਾਣਾ। ਤੂੰ ਉੱਥੇ ਹੀ ਬਹਿ ਜਾਣਾ, ਤੂੰ ਉੱਠਦਾ ਹੀ ਨਹੀਂ। ਫਿਰ ਨਾ ਤੈਨੂੰ ਗੁਰੂ ਲੱਭਦਾ, ਨਾ ਸਾਧ ਸੰਗਤ ਲੱਭਦੀ, ਨਾ ਸਤਸੰਗ ਲੱਭਦਾ, ਸਭ ਕੁਝ ਤੂੰ ਛੱਡ ਦੇਣਾ ਹੈ। ਪਰ ਜਿਹੜੇ ਆਸ਼ਿਕ ਨੇ ਉਹ ਸਹੁੰ ਮਜ਼ਬੂਤੀ ਸਮਝਦੇ ਕਿ ਸਾਡੀ ਮਜ਼ਬੂਤੀ ਹੋ ਰਹੀ ਹੈ। ਜੇ ਸਾਨੂੰ ਕੋਈ ਤਾਨੇ ਵੀ ਦੇ ਰਿਹਾ ਤਾਂ ਸਾਡੀ ਉਹ ਵੀ ਮਜ਼ਬੂਤੀ ਹੈ। ਜੇ ਸਾਨੂੰ ਕੋਈ ਚੋਰ ਚੱਕਾ ਕਹਿ ਰਿਹਾ ਤਾਂ ਉਹ ਵੀ ਸਾਡੀ ਮਜ਼ਬੂਤੀ ਹੈ, ਕਿਉਂਕਿ ਅਸੀਂ ਇਸ ਗੱਲਾਂ ਤੋਂ ਬਚੀਏ ਤਾਂ ਕਿ ਕੋਈ ਜੋ ਕਹਿ ਰਿਹਾ ਝੂਠਾ ਹੋ ਜਾਏ, ਅਸੀਂ ਸੱਚੇ ਰਹੀਏ। ਕਬੀਰ ਸਾਹਿਬ ਨੂੰ ਕਿਹਾ ਕਿਸੇ ਨੇ ਕਿ ਤੈਨੂੰ ਕੋਈ ਚੋਰ ਕਹਿੰਦੇ ਹੈ, ਕਹਿੰਦੇ ਹਾਂ ਮੈਨੂੰ ਚੋਰ ਕਹਿੰਦੇ ਆ, ਮੈਂ ਹਾਂਜੀ ਹਾਂਜੀ ਕਰਦਾ, ਮੈਂ ਹੈਗਾ ਚੋਰ। ਜਦੋਂ ਕੋਈ ਚੋਰੀ ਕਰਾਂਗਾ ਫੜ ਲੈਣਗੇ, ਜਿੱਥੇ ਮੈਂ ਚੋਰੀ ਕਰਾਂਗਾ ਕੋਈ ਫੜ ਲਊਗਾ। ਸੋ ਇਸ ਤਰ੍ਹਾਂ ਫਕੀਰ ਜਿਹੜੇ ਹੈ ਉਹ ਬਰਦਾਸ਼ਤ ਕਰਦੇ ਆ, ਸਭ ਕੁਝ ਝੱਲਦੇ ਹੈਗੇ ਹੈ। ਤਦ ਇਸ ਨੂੰ ਪੱਕੇ ਹੋਣਾ ਪੈਂਦਾ, ਇਸ ਤਰ੍ਹਾਂ ਪੱਕਾ ਨਹੀਂ ਹੋ ਸਕਦਾ। ਜੇ ਇਸ ਦਾ ਮਾਣ ਤਾਣ ਹੀ ਹੁੰਦਾ ਰਹੇ ਤਾਂ ਫਿਰ ਤਾਂ ਮਾਣ ਤਾਣ ਹੀ ਰਿਹਾ, ਫਿਰ ਪੱਕਾ ਕਿੱਦਾਂ ਹੋਏਗਾ। ਇਹ ਕਿਸੇ ਵੇਲੇ ਨਿਆਦਰੀ ਵੀ ਹੁੰਦੀ ਹੈ, ਉਹਦੇ ਬਾਰੇ ਵੀ ਬਰਦਾਸ਼ਤ ਕਰਨਾ ਚਾਹੀਦਾ ਹੈ। ਹਾਂਜੀ। जरा सी ताड़ मार नहीं सहता, निरादर करे जगत में बहता।
कर कुछ कुछ लगता, गए दुख वो ही तुरत फड़कता। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਰਿਹਾ ਹੈ ਕਿ ਜਦੋਂ ਤੈਨੂੰ ਭਾਈ ਦੁੱਖ ਹੁੰਦਾ ਹੈ, ਉਸ ਵਕਤ ਤੂੰ ਗੁਰੂ ਗੁਰੂ ਕਰਦਾ ਹੈ, ਨਾਮ ਜਪਦਾ ਹੈ, ਸਾਧ ਸੰਗਤ ਨਾਲ ਪਿਆਰ ਕਰਦਾ ਹੈ, ਸਤਸੰਗ ਸੁਣਦਾ ਹੈ, ਕਰਦਾ ਹੈ। ਜਦੋਂ ਤੇਰਾ ਦੁੱਖ ਦੂਰ ਹੋ ਜਾਂਦਾ, ਫਿਰ ਮੁੱਕ ਜਾਂਦਾ ਕੰਮ, ਫਿਰ ਤੂੰ ਉਸੇ ਤਰ੍ਹਾਂ ਹੋ ਜਾਂਦਾ। ਜਿਸ ਤਰ੍ਹਾਂ ਰਬੜ ਦੇ ਵਿੱਚ ਸੂਆ ਮਾਰੋ ਤਾਂ ਛੇਕ ਪਤਾ ਲੱਗਦਾ ਵੀ ਸੇਕ ਹੈ, ਸੂਆ ਕੱਢ ਦਿਓ ਤਾਂ ਫਿਰ ਉਸੇ ਤਰ੍ਹਾਂ ਮਿਲ ਜਾਂਦਾ ਹੈ। ਇਸ ਵਾਸਤੇ ਜਦ ਵੀ ਤੈਨੂੰ ਕੋਈ ਦੁੱਖ ਹੁੰਦਾ ਹੈ, ਉਸ ਵਕਤ ਤੂੰ ਸਭ ਕੁਝ ਕਰਦਾ ਹੈ, ਦੁੱਖ ਤੂੰ ਡਰਦਾ ਡਰਦਾ। ਜਿਸਲੇ ਦੁੱਖ ਦੂਰ ਹੋ ਜਾਂਦਾ, ਫਿਰ ਤੂੰ ਉਸੇ ਤਰ੍ਹਾਂ ਹੋ ਜਾਂਦਾ। ਇੱਕ ਵਾਰੀ ਇੱਕ ਬੰਦਾ ਕਹਿੰਦਾ ਜੀ ਮੇਰੇ ਕੋਲੋਂ ਭਜਨ ਨਹੀਂ ਹੁੰਦਾ। ਮੈਂ ਕੀ ਗੱਲ? ਕਹਿੰਦਾ ਬੁਖਾਰ ਆਉਂਦਾ। ਮੈਂ ਜਦੋਂ ਨਹੀਂ ਸੀ ਬੁਖਾਰ ਉਦੋਂ ਕਿੰਨਾ ਕਰਦਾ ਰਿਹਾ, ਜਦੋਂ ਬੁਖਾਰ ਨਹੀਂ ਸੀ। ਹੁਣ ਤਾਂ ਭਲਾ ਬੁਖਾਰ ਦਾ ਬਹਾਨਾ ਬਣ ਗਿਆ। ਜਦੋਂ ਬੁਖਾਰ ਨਹੀਂ ਸੀ ਉਸ ਵੇਲੇ ਕਿਤਨਾ ਕੁ ਹੁੰਦਾ ਰਿਹਾ। ਤੋ ਇਹ ਸਾਡਾ ਮਨ ਜਿਹੜਾ ਬਹਾਨੇ ਬਣਾਉਂਦਾ ਹੈਗਾ। ਦੁੱਖ ਕੋਈ ਆਵੇ ਤਾਂ ਅਸੀਂ ਰੱਬ ਰੱਬ ਕਰਦੇ ਹੈਗੇ ਹਾਂ, ਜੇ ਦੁੱਖ ਚਲਾ ਜਾਏ ਤਾਂ ਫਿਰ ਅਸੀਂ ਉਸੇ ਤਰ੍ਹਾਂ ਹੋ ਜਾਂਦੇ ਰਬੜ ਦੀ ਤਰ੍ਹਾਂ। ਹਾਂਜੀ। दुखों से डर कर कुछ कुछ लगता, गए दुख वो ही तुरत फड़कता। नाम रस पाया नहीं अविनाशी, जगत से हुआ न कभी उदासी। गुरु साहब जी बड़े प्यार नाल फरमा रहे है कि नाम रस कदी नहीं पाया तू, कदी तू नाम का रस मिलिया नहीं तैनू, ना तू जगत तू दास होया। तू जगत का बोझ ढोंदा रहा, इन्हां दे बोझ वास्ते ही बनया रहा, लेकिन अदास नहीं होया। क्यों नहीं होया? तैनू अंदर रस नहीं मिलिया। जिन्हां फकीरां नूं रस मिल जाता है उन्हां नूं जगत की परवाह नहीं हैगी। हाँ जी। नाम रस पाया नहीं अविनाशी, जगत से हुआ न कभी उदासी। जतन कोई समझ नहीं आता, गुर की मेहर बिना क्या पाता। देखो गुरु साहब जी किस तरह सानू समझा रहे हैं। कोई समझ नहीं आती बगैर सतगुर की मेहर दे, बगैर उन्हां दी दया दे तू किस तरह पा सकता है। उन्हां दी दया लैण वास्ते सानू उन्हां दे बचन मनना पैंदे है, उन्हां दा कहना मनना पैंदा है। जिस रस्ते सानू तुरन उह रस्ते सानू तुरना पैंदा है, तद उन्हां दी मेहर होवेगी। जे असी रस्ता ही होर अख्तियार कर लईए तो मेहर किस तरह होवेगी? फिर साढ़े ते मेहर नहीं हो सकती। कई बार मिसाल दी है जिमीदार पेशे की कि जदों कोई घर दस के जाता मैं फलाने खेत दे विच काम करने वास्ते चलिया, तो घरदियां नूं उसे वक्त ही फिक्र पै जाता उहदे रोटी पानी का। वो लैके उस पैली विच खेत विच जाणगे। जिहड़ा दस के नहीं जाता उहदे मगर कोई जाता ही नहीं। आई जे असी मुरशद दे आखे लग के काम करांगे तो मुरशद नूं फिक्र होएगा, उस परमात्मा नूं फिक्र होएगा साडा। जे असी वो काम ही नहीं करते तो उन्होंने फिक्र भी की होवेगा साडा। हाँ जी।
यतन कोई समझ नहीं अब आता, गुर की मेहर बिना क्या पाता। गुर की मर्जी कभी न परखी, मेहर कह आवे कैसे तुर की। स्वामी जी महाराज बड़े तरीके नाल समझा रहे हैं कि सतगुर की मर्जी तू कदी परखी नहीं, कदी उहदी मौज ते नहीं रहा। तैनू उस मेहर उस मालक दे घर दी किस तरह आएगी, किस तरह तुहानू वो रस्ता मिलेगा। जब सतगुर की मर्जी परखी नहीं, सतगुर की मौज कुछ हो रहा, असी कुछ होर करते हैं। कई बार पिछले इतिहास जिहड़े है दसी दी है और साढ़े वास्ते वो इतिहास बने हैं कि महाराज तीसरी पातशाही अगे भी इशनान करते सन। जदों सिख की सफाई करना सोचा भी इन्हां दी सफाई हो जाए, मैल दूर हो जाए, तो उस वक्त उन्होंने कहा कि सानू तीर्थां दा इशनान करा, पानी लिया के सानू इशनान कराया कर। अगे तीर्थां दे तू करदा ही, हुण सानू करा। अगे भी तो पानी उत्थे है सी, नलके है सन, इशनान करते सी, सिर्फ उन्हां दी सफाई करने वास्ते। जदों भी संत सानू कोई तरीका दसदे है, वो साडी सफाई हुंदी है, साडे वास्ते हुंदा है। तद सानू वो दसदे भी आ काम करो, उहदे विचों ही सानू फिर लाभ हुंदा है। हाँ जी। गुर की मर्जी कभी न परखी, मेहर कह आवे कैसे तुर की। खबर नहीं पाई तै निज कर की, शब्द में सुरत ना तेरी सर की। गुरु साहब जी बड़े प्यार नाल फरमा रहे हैं कि तैनू उस घर की कोई खबर नहीं आई, तेरी सुरत जिहड़ी है सारी उम्र लंघ गई है, जरा मासा नहीं सरकी। कदी 16 आने दे 17 आने नहीं बन सके। असी जिथे है सी उत्थे रहे, उहदे तों घटे वधे नहीं। क्यों? काम नहीं कीता। जे असी काम करदा ते असी वधदे, साडी तरक्की हुंदी, सानू उस घर की कोई सोझी मिलदी। असी वो काम ही नहीं किया, सानू सोझी मिलनी किदां सी। हाँ जी। खबर नहीं पाई तै निज कार की, शब्द में सुरत ना तेरी सर की। मर्म ये मन का सब ही गाया, सुनो राधा स्वामी कहत सुनाया। स्वामी जी महाराज शब्द समाप्त करते हुए बड़े प्यार दे नाल फरमा रहे हैं कि मैं ये सारे मन की हालत दस देती है। ये सारी मन दियां शैतानियां ने, जो जो भी असी करते हैं, असी महापुरखों का कहना मनते नहीं, उन्हां दी लैन ते चलते नहीं। वो सानू अपने घर की सोझी पवेगी किस तरह सानू सोझी मिलेगी। असी रस्ते होर अख्तियार कर लेंदे हैं। स्वामी जी महाराज शब्द समाप्त करते हुए बड़े प्यार नाल फरमा रहे हैं कि मैं सब कुछ तुहानू गा के दस देता, सब कुछ समझा देता हैगा। हाँ जी।
मर्म ये मन का सब ही गाया, सुनो राधा स्वामी कहत सुना।